ज्ञान ध्यान पूर्ण परमेश्वर हर हर कथा नित सुनिए राम। तेरे कवन कवन गुण कह कह गावा, तू साहिब गुणी निदाना। तुमरी महिमा वर्ण ना सको, तू ठाकुर ऊच भगवाना। ऊंचा अगम अपार प्रभ, कथन न जाए अकथ। नानक प्रभ शरणागते, राखन को समरथ। मूक उच्चरै शास्त्र खट, पिंग गिरन चढ़ जाए। अंध लखै बधरो सुनै, जो काल कृपा कराए। परम सन्मानयोग अनंत श्री विभूषित अनंता अनंत कोटि नायक, करोड़ां ब्रह्मंडां दे ठाकुर, जगताधार जगदीश्वर पार ब्रह्म शब्द स्वरूप सतगुरु श्री गुरु ग्रंथ साहिब जी महाराज, सतगुरु जी की पावन हजूरी अंदर शोभायमान गुरु रूप खालसा सत संगत जीओ, प्रेम सत्कार सत फतेह प्रवान करो जी। वाहिगुरु जी का खालसा वाहिगुरु जी की फतेह। वड्डियां भागां वाले हो आप सर्वच संगतां, जो गरीब नवाज सतगुरु सच्चे पातशाह जी की पावन हजूरी विखे संध्या के समय तो हाजरियां भर रहे हो। महाराज सच्चे पातशाह धन गुरु नानक साहिब जियां दी अंश बंश, धन धन बाबा साहिब सिंह जियां दे पावन जन्म उत्सव दियां खुशियां दे जोड़ मेलियां दे संबंध विच जो समागम नगरां नगरां दे विच हो रहे ने, अज आप जियां दे नगर दे विच ये पावन समागम आप सरबत नगर दियां संगतां, गुरु घर की प्रबंधक कमेटी और बाबा जियां दियां असीसां दे नाल समागम हो रहा है। बड़े प्यार दे नाल आपां महाराज जी की वडियाई श्रवण कर रहे सन। गल संगत दी है, सत संगत, क्योंकि इत्थे बैठ के आपां कीता की सारिਆਂ ने आपां बैठ के परमात्मा के गुण गाए ने, अकाल पुरख वाहिगुरु जी के नाम नूं सुनिया, नाम नूं जपिया। महाराज कहते रब के प्यारियां दे नाल मिल के बैठण दा कर्म ही इहो है भी तू पार ब्रह्म परमेश्वर के गुण गावे। आखो सतनाम श्री। सतगुरां दा बचन आपां पढ़दे आं, गरीब नवाज कहते संत जना मिल हर जस गाए। रब के प्यारियां दे नाल मिल के परमात्मा का जस, निरंकार वाहिगुरु जी का जस गायन करना। सत संगत उस परिपूर्ण परमात्मा का जस, निरंकार वाहिगुरु जी का भगवान का जस जिहड़ा है वो सिर्फ साधुआं की संगत दे विच बैठ के ही आपां गायन कर सकते हैं, रब के प्यारियां की संगत विच आके गायन कर सकते हैं।
ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਹੈ। ਆਪ ਸਾਰੀਆਂ ਗੁਰੂ ਕੀਆਂ ਸੰਗਤਾਂ ਬੈਠੇ ਹੋ ਔਰ ਬੜੇ ਪਿਆਰ ਦੇ ਨਾਲ ਮਹਾਰਾਜ ਜੀਆਂ ਦੀ ਅੰਸ਼ ਬੰਸ ਬਾਬਾ ਜੀ ਆਪ ਸੰਗਤਾਂ 'ਚ ਬਿਰਾਜੇ ਹੋਏ ਨੇ। ਤੋ ਪਿਆਰਿਓ, ਐਸਾ ਇਹ ਜਿਹੜਾ ਸੰਗਤ ਦਾ ਸਮਾਂ ਹੈ ਭਾਗਾਂ ਦੇ ਨਾਲ ਮਿਲਦਾ ਹੈ। ਤੇ ਜਦੋਂ ਪਾਰ ਬ੍ਰਹਮ ਪਰਮੇਸ਼ਵਰ ਨਿਰੰਕਾਰ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਰੂਪ ਦੇ ਵਿੱਚ ਇਸ ਜਗਤ ਤੇ ਪ੍ਰਗਟੇ, ਸਤਿਗੁਰਾਂ ਨੇ ਸਾਰੇ ਜਗਤ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਮਹਾਰਾਜ ਜੋੜਨ ਵਾਸਤੇ ਆਏ, ਸਤ ਸੰਗਤ ਜੋੜਨ ਵਾਸਤੇ। ਜੋੜਿਆ ਕਿਹਦੇ ਨਾਲ? ਪਰਮਾਤਮਾ ਦੇ ਨਾਲ, ਨਿਰੰਕਾਰ ਵਾਹਿਗੁਰੂ ਜੀ ਦੇ ਨਾਲ। ਸਤ ਸੰਗਤ ਜੋੜਨ ਵਾਲੇ ਦੀ ਹਮੇਸ਼ਾ ਉਪਮਾ ਹੈ। ਕਿਤੇ ਕਿਸੇ ਦਰਜੀ ਦੀ ਦੁਕਾਨ ਤੇ ਜਾਇਓ, ਉੱਥੇ ਆਪਾਂ ਕੀ ਵੇਖਦੇ ਆ, ਜਿਹੜੀ ਕੈਂਚੀ ਹੁੰਦੀ ਹੈ ਨਾ, ਤੇ ਕੈਂਚੀ ਤਕਰੀਬਨ ਦਰਜੀ ਕਈ ਵਾਰ ਪੈਰਾਂ 'ਚ ਵੀ ਸੁੱਟ ਦਿੰਦਾ ਹੈ, ਪੈਰਾਂ 'ਚ ਵੀ ਪਈ ਹੁੰਦੀ ਹੈ। ਪਰੰਤੂ ਜਿਹੜੀ ਸੂਈ ਹੁੰਦੀ ਹੈ, ਸੂਈ ਉਹ ਆਪਣੀ ਪੱਗ ਦੇ ਵਿੱਚ ਟੰਗ ਲੈਂਦਾ ਹੈ। ਕਿਸੇ ਨੇ ਪੁੱਛਿਆ ਵੀ ਇਹਦਾ ਕਾਰਨ ਕੀ? ਵੀ ਹੈ ਤੇ ਤੁਹਾਡੀ ਇਹ ਰੋਜੀ ਦੇ ਦੋਵੇਂ ਸਾਧਨ ਨੇ। ਕੈਂਚੀ ਵੀ ਤੁਸੀਂ ਕੱਪੜੇ ਕੱਟਦੇ ਹੋ, ਸੂਈ ਵੀ ਹੈ, ਪਰੰਤੂ ਕੈਂਚੀ ਨੂੰ ਤੁਸੀਂ ਪੈਰਾਂ ਵਿੱਚ ਵੀ ਸੁੱਟ ਛੱਡਦੇ ਹੋ। ਆਹ ਸੂਈ ਜਿਹੜੀ ਇਹਨੂੰ ਪੱਗ ਦੇ ਵਿੱਚ ਲਾ ਲੈਂਦੇ ਹੋ, ਕਾਰਨ ਕੀ ਇਹਦਾ? ਕਹਿੰਦਾ ਕੋਈ ਸਾਧੂ ਬਿਰਤੀ ਦਾ ਬੰਦਾ ਸੀ, ਉਹਨੇ ਦੱਸਿਆ, ਕਹਿਣ ਲੱਗਾ ਕੱਟਣ ਵਾਲਾ ਹਮੇਸ਼ਾ ਪੈਰਾਂ ਦੇ ਵਿੱਚ ਹੀ ਰਹਿੰਦਾ। ਆਖੋ ਸਤਨਾਮ। ਤੋੜਨ ਵਾਲਾ ਹਮੇਸ਼ਾ ਪੈਰਾਂ 'ਚ ਹੀ ਰਹਿੰਦਾ ਤੇ ਜੋੜਨ ਵਾਲਾ ਉਹ ਸੀਸ ਦੀ ਸੋਭਾ ਬਣਦਾ। ਆਖੋ ਸਤਨਾਮ ਸ਼੍ਰੀ। ਜੋੜਨ ਵਾਲਾ ਸੀਸ ਦੀ ਸੋਭਾ ਬਣਦਾ, ਤੋੜਨ ਵਾਲਾ ਜਿਹੜਾ ਉਹ ਪੈਰਾਂ ਦੇ ਵਿੱਚ ਹੀ ਰਹਿੰਦਾ। ਤੋ ਸਤ ਸੰਗਤ ਮਹਾਰਾਜ ਆਏ, ਗਰੀਬ ਨਵਾਜੀਆਂ ਨੇ ਸਾਰੇ ਜਗਤ ਨੂੰ ਜੋੜਿਆ, ਕਿਉਂਕਿ ਸਤਿਗੁਰੂ ਤੇ ਜਗਾਉਣ ਵਾਸਤੇ ਆਏ। ਆ ਸੂਈ ਦੀ ਗੱਲ ਕਰੀਏ, ਮਹਾਰਾਜ ਲਾਹੌਰ ਦੀ ਧਰਤੀ ਤੇ ਗਏ, ਗੁਰੂ ਨਾਨਕ ਸੱਚੇ ਪਾਤਸ਼ਾਹ ਲਾਹੌਰ ਦੀ ਧਰਤੀ ਤੇ ਗਏ ਤੇ ਉੱਥੇ ਨਾ ਇੱਕ ਬਹੁਤ ਅਮੀਰ ਬੰਦਾ, ਅਮੀਰੀ ਵੀ ਉਹਦੀ ਬਾਹਰ ਝਲਕਦੀ ਹੈ। ਉਹਨਾਂ ਵੇਲਿਆਂ 'ਚ ਕੀ ਹੁੰਦਾ ਸੀ ਵੀ ਜਿਹਦੇ ਕੋਲ ਲੱਖ ਰੁਪਈਆ ਹੁੰਦਾ ਸੀ ਨਾ, ਉਹ ਆਪਣੀ ਕੋਠੀ ਕਹਿ ਲੋ ਜਾਂ ਮਹਿਲ ਕਹਿ ਲੋ ਜਾਂ ਹਵੇਲੀ ਕਹਿ ਲੋ, ਅੱਜ ਦੀ ਬੋਲੀ 'ਚ ਆਪਾਂ ਕੋਠੀ ਕਹਿ ਦਿੰਦੇ ਆ, ਵੀ ਉਹਨੇ ਆਪਣੀ ਕੋਠੀ ਦੇ ਉੱਤੇ ਇੱਕ ਝੰਡਾ ਲਾਇਆ ਹੁੰਦਾ ਸੀ। ਮਤਲਬ ਵੀ ਇਸ ਬੰਦੇ ਕੋਲ ਲੱਖ ਰੁਪਈਆ, ਉਹਦੀ ਕੋਠੀ ਦੇ ਜਾਂ ਉਹਦੀ ਹਵੇਲੀ ਦੇ ਉੱਤੇ 7 ਝੰਡੇ ਝੂਲਦੇ ਸੀ, ਭਾਵ ਵੀ 7 ਲੱਖ ਦਾ ਮਾਲਕ ਸੀ ਉਹਨਾਂ ਵੇਲਿਆਂ 'ਚ। ਹੁਣ ਸਤ ਸੰਗਤ ਅਮੀਰੀ ਬਹੁਤ, ਪਰ ਸੁੱਤਾ ਹੋਇਆ ਸੀ, ਸੁੱਤਾ। ਮੇਰਾ ਸਤਿਗੁਰੂ ਜਗਾਉਣ ਆਇਆ। ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ, ਗੁਰੂ ਨਾਨਕ ਸਾਹਿਬ ਇਹਨੇ ਸੱਦਾ ਦਿੱਤਾ। ਮਹਾਰਾਜ ਜੀ ਆਪਣੇ ਸੇਵਕਾਂ ਦੇ ਨਾਲ ਗਏ, ਸਤਿਗੁਰੂ ਜੀ ਸੇਵਕਾਂ ਨਾਲ ਗਏ ਨੇ, ਸੇਵਾ ਕੀਤੀ ਤੇ ਇਸ ਦਾ ਨਾਮ ਹੈ ਦੁਨੀ ਚੰਦ। ਆਖੋ ਸਤਨਾਮ ਸ਼੍ਰੀ। ਬੜੀ ਸੇਵਾ ਕੀਤੀ ਇਹਨੇ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੋਚਿਆ ਵੀ ਹੁਣ ਭਾਈ ਇਹਨੂੰ ਜੋ ਅਧਿਆਤਮਿਕ ਸੂਝ ਹੈ ਉਹ ਵੀ ਦਿੱਤੀ ਜਾਵੇ। ਭਾਈ ਹਰਦੀਪ ਸਿੰਘ ਹੁਣੀ ਸ਼ਬਦ ਪੜ੍ਹ ਕੇ ਗਏ ਵੀ ਜਾਗਨਾ ਜਾਗਨ ਨੀਕਾ, ਹਰ ਕੀਰਤਨ ਮੈਂ ਜਾਗਨਾ। ਗੁਰੂ ਦੇਵ ਤਾਂ ਜਗਾਉਣ ਵਾਸਤੇ ਆਏ ਨੇ, ਜਗਾਉਣ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉਹ ਤੇ ਕਿਰਪਾ ਕਰਦਿਆਂ ਉਹ ਦੁਨੀ ਚੰਦ ਕਹਿੰਦਾ ਪਾਤਸ਼ਾਹ ਕੋਈ ਸੇਵਾ ਹੋਵੇ ਤਾਂ ਦੱਸਿਓ। ਮਹਾਰਾਜ ਕਹਿੰਦੇ ਇੱਕ ਸੇਵਾ ਭਾਈ ਤੂੰ ਜੇ ਸਾਡੀ ਕਰ ਸਕਦਾ ਹੈ। ਕਹਿੰਦਾ ਜੀ ਹੁਕਮ। ਮਹਾਰਾਜ ਜੀਆਂ ਨੇ ਇੱਕ ਸੂਈ ਕੱਢੀ, ਕਹਿੰਦੇ ਆ ਸੂਈ ਰੱਖ ਲੈ ਸੱਜਣਾ, ਪਰਲੋਕ 'ਚ ਜਾ ਲਵਾਂਗੇ ਤੇਰੇ ਕੋਲੋਂ, ਪਰਲੋਕ 'ਚ। ਜਦੋਂ ਸੂਈ ਬਾਰੇ ਸੁਣਿਆ, ਉਹਨੇ ਉਹ ਸੂਈ ਫੜੀ ਤੇ ਆਪਣੇ ਘਰ ਚਲਾ ਗਿਆ। ਘਰ ਵਾਲੀ ਉਹ ਕੋਈ ਸਾਧੂਆਂ ਦਾ ਸੰਗ ਕਰਨ ਵਾਲੀ ਸੀ। ਆਖੋ ਸਤਨਾਮ। ਉਹਨੂੰ ਜਾ ਕੇ ਕਹਿੰਦਾ ਵੀ ਲੈ ਭਾਗਵਾਨੇ, ਆ ਮਹਾਰਾਜ ਜੀਆਂ ਨੇ ਸੂਈ ਆਪਾਂ ਨੂੰ ਦਿੱਤੀ ਹੈ, ਇਹ ਘਰ ਦੇ ਵਿੱਚ ਸੰਭਾਲ ਕੇ ਰੱਖ ਲੈ। ਜਿੱਦਣੇ ਆਪਾਂ ਅਗਲੇ ਲੋਕ ਨੂੰ ਜਾਵਾਂਗੇ, ਮਹਾਰਾਜ ਕਹਿੰਦੇ ਵੀ ਉੱਥੇ ਸੂਈ ਤੇਰੇ ਕੋਲ ਲੈ ਲਵਾਂਗੇ, ਆ ਸੂਈ ਇਹ ਸੰਭਾਲ ਕੇ ਰੱਖੀ। ਅੱਗੋਂ ਭਾਗਾਂ ਵਾਲੀ ਅੱਗੋਂ ਕਹਿਣ ਲੱਗੀ, ਕਹਿੰਦੀ ਸੇਠ ਜੀ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਜਿੱਦਣ ਆਪਾਂ ਜਗਤ ਤੋਂ ਗਏ ਤੇ ਇਹ ਬਾਕੀ ਸਾਰਾ ਕੁਝ ਛੱਡ ਕੇ ਇਹ ਸਰੀਰ ਵੀ ਤਾਂ ਇੱਥੇ ਹੀ ਰਹਿ ਜਾਂਦਾ ਹੁੰਦਾ ਹੈ। ਸਮਝ ਆਈ, ਇੱਕਦਮ ਆਇਆ ਵਾਪਸ। ਕਹਿੰਦਾ ਮਹਾਰਾਜ ਸੂਈ ਰੱਖ ਲਓ, ਆਹ ਸੇਵਾ ਮੇਰੇ ਕੋਲ ਹੋਣੀ ਨਹੀਂ। ਕਹਿੰਦੇ ਕਿਉਂ ਨਹੀਂ ਹੋਣੀ? ਕਹਿੰਦਾ ਮਹਾਰਾਜ ਮੈਂ ਸੂਈ ਉੱਥੇ ਕਿੱਦਾਂ ਲੈ ਕੇ ਜਾਵਾਂਗਾ? ਸਤਿਗੁਰੂ ਕਹਿੰਦੇ ਜਿੱਦਾਂ ਆ 7 ਜਿਹੜੇ ਝੰਡੇ ਝੂਲਦੇ ਆ ਇਹਨਾਂ ਨੂੰ ਲੈ ਜਾਵੇਂਗਾ ਤਾਂ ਉਦਾਂ ਸੂਈ ਵੀ ਲੈ ਜੀ। ਕਹਿੰਦਾ ਮਹਾਰਾਜ ਇੱਥੇ ਹੀ ਰਹਿ ਜਾਣਾ। ਕਹਿੰਦੇ ਬਸ ਜਾਗ ਗਿਆ ਨਾ ਹੁਣ? ਕਹਿੰਦਾ ਹਾਂ ਮਹਾਰਾਜ ਅਕਲ ਆ ਗਈ ਹੈ, ਜਾਗ ਗਿਆ। ਉਹ ਸੂਈ ਨਹੀਂ ਸੀ, ਉਹ ਜਿਵੇਂ ਆਪਾਂ ਸੁੱਤੇ ਪਏ ਬੰਦੇ ਨੂੰ ਚੋਭ ਲਾ ਦਈਏ ਨਾ ਤੇ ਉਹ ਜਾਗ ਜਾਂਦਾ। ਇਵੇਂ ਮੰਨ ਲਓ ਸਤਿਗੁਰਾਂ ਨੇ ਗਿਆਨ ਦੀ ਸੂਈ ਚਬੋਈ ਤੇ ਜਾਗ ਗਿਆ। ਆਖੋ ਸਤਨਾਮ ਸ਼੍ਰੀ। ਤੋ ਸਤ ਸੰਗਤ ਐਸੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਤੇ ਆਏ। ਸਤਿਗੁਰਾਂ ਨੇ ਜਗਤ ਤੇ ਆ ਕਰਕੇ ਹਰੇਕ ਨੂੰ
ਪਾਰ ਬ੍ਰਹਮ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ, ਬਖਸ਼ਿਸ਼ਾਂ ਕੀਤੀਆਂ, ਸਤਨਾਮ ਦਾ ਚੱਕਰ ਫਿਰਾਇਆ। ਸਤਨਾਮ ਦੀ ਬਰਕਤ ਬਖਸ਼ਿਸ਼ ਗਰੀਬ ਨਵਾਜ਼ ਜੀਆਂ ਨੇ ਸਾਰੇ ਜਗਤ ਨੂੰ ਵਰਤਾਈ ਹੈ। ਗੁਰੂ ਕੇ ਪਿਆਰਿਓ, ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ, ਗੁਰੂ ਕੇ ਪਿਆਰਿਓ, ਜਿੱਥੇ ਗੁਰਦੇਵ ਨੇ ਉਪਦੇਸ਼ ਕੀਤਾ ਵੀ ਕਿਰਤ ਕਰ, ਧਰਮ ਦੀ ਕਿਰਤ ਕਰ, ਧਰਮ ਦੀ, ਤੇ ਸੱਚ ਸੰਗਤ ਮਹਾਰਾਜ ਜੀਆਂ ਨੇ ਆਪ ਗਰੀਬ ਨਵਾਜ਼ ਜੀਆਂ ਨੇ ਖੇਤੀ ਵੀ ਕੀਤੀ, ਮਹਾਰਾਜ ਜੀਆਂ ਨੇ ਪਸ਼ੂ ਵੀ ਚਾਰੇ, ਔਰ ਮਹਾਰਾਜ ਜੀਆਂ ਨੇ ਮੋਦੀ ਖਾਨਾ ਚਲਾਇਆ। 13 ਤੋਲਿਆ ਕਿ ਮੋਦੀ ਖਾਨੇ ਦੇ ਵਿੱਚ ਬੈਠਿਆਂ ਇਹ ਗੱਲ ਸਮਝਾਈ ਵੀ ਜਗਤ ਦੇ ਪ੍ਰਾਣੀਆਂ, ਤੂੰ ਜੇਕਰ ਚਾਹੇ ਤੇ ਕਿਰਤਕਾਰ ਕਰਦਿਆਂ ਵੀ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਸਕਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਮੋਦੀ ਖਾਨਾ ਚਲਾਇਆ। ਫਿਰ ਗਰੀਬ ਨਵਾਜ਼ ਸਤਿਗੁਰੂ ਪਾਤਸ਼ਾਹ ਜੀਆਂ ਦੀ ਸ਼ਾਦੀ ਹੋਈ ਮਾਤਾ ਸੁਲੱਖਣੀ ਜੀ ਦੇ ਨਾਲ। ਸਤਿਗੁਰੂ ਜੀ ਦੇ ਗ੍ਰਹਿ ਫਿਰ 2 ਸਾਹਿਬਜ਼ਾਦੇ ਹੋਏ ਪਿਆਰਿਓ, ਬਾਬਾ ਸ਼੍ਰੀ ਚੰਦ ਸਾਹਿਬ ਜੀ ਔਰ ਬਾਬਾ ਲਖਮੀ ਚੰਦ ਸਾਹਿਬ ਜੀ। ਹੁਣ ਬਾਬਾ ਲਖਮੀ ਚੰਦ ਸਾਹਿਬ ਜੀ, ਸਤ ਸੰਗਤ ਵੇਖੋ, ਉਹਨਾਂ ਤੋਂ ਮਹਾਰਾਜ ਜੀਆਂ ਦਾ ਪਰਿਵਾਰ, ਸਤਿਗੁਰੂ ਜੀ ਦੀ ਬੰਸ ਜਿਹੜੀ ਹੈ ਉਹ ਅੱਗੇ ਚੱਲਦੀ ਹੈ। ਬਾਬਾ ਲਖਮੀ ਚੰਦ ਜੀ, ਉਹਨਾਂ ਦੇ ਫਿਰ ਸਾਹਿਬਜ਼ਾਦੇ ਬਾਬਾ ਧਰਮ ਚੰਦ ਜੀ, ਅੱਗੋਂ ਉਹਨਾਂ ਦੇ ਸੁਪੁੱਤਰ ਬਾਬਾ ਮਾਨਕ ਚੰਦ ਜੀ। ਤੋਂ ਸਤ ਸੰਗਤ ਫਿਰ 9ਵੀਂ ਥਾਂ ਤੇ 9ਵੀਂ ਪੀੜ੍ਹੀ ਮਹਾਰਾਜ ਜੀ ਦੀ ਬਾਬਾ ਕਲਾਧਾਰੀ ਸਾਹਿਬ ਜੀ ਹੋਏ, ਜਿਨ੍ਹਾਂ ਦਾ ਧਿਆਨ ਧਰ ਕੇ, ਉਹਨਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਸਾਰੀ ਸੰਗਤ ਇੱਕ ਵਾਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਬਾਬਾ ਕਲਾਧਾਰੀ ਸਾਹਿਬ ਜੀ, ਗੁਰੂ ਕੇ ਪਿਆਰਿਓ, ਮਹਾਰਾਜ ਕਲਗੀਆਂ ਵਾਲੇ ਸਤਿਗੁਰਾਂ ਦੇ ਨਾਲ ਬੇਅੰਤ ਪ੍ਰੇਮ, ਬੇਅੰਤ ਪ੍ਰੇਮ, ਔਰ ਸਤਿਗੁਰੂ ਪਾਤਸ਼ਾਹ ਜੀ ਬਾਬਾ ਜੀਆਂ ਨੂੰ ਬੜਾ ਸਨਮਾਨ ਔਰ ਸਤਿਕਾਰ ਦਿੰਦੇ। ਗੁਰੂ ਕੇ ਪਿਆਰਿਓ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਮੁਖ ਰਸਨਾ ਤੋਂ ਫਿਰ ਉਹ ਵਰਦਾਨੀ ਬਚਨ, ਜਦੋਂ ਮਹਾਰਾਜ ਜੀਆਂ ਨੇ ਆਖਿਆ ਕਿ ਬਾਬਾ ਜੀ ਆਪਣੇ ਸੁਪੁੱਤਰ ਨੂੰ ਅੰਮ੍ਰਿਤ ਛਕਾਓ। ਬਾਬਾ ਕਲਾਧਾਰੀ ਦੇ ਸੁਪੁੱਤਰ ਸਨ ਬਾਬਾ ਅਜੀਤ ਰਾਏ ਜੀ, ਉਹਨਾਂ ਨੂੰ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਦਾ ਨਾਮ ਅਜੀਤ ਰਾਏ ਰੱਖਿਆ। ਆਪਣੀ ਚੱਕਰੀ ਕੇਸਾਂ 'ਚ ਰੱਖਣ ਵਾਲੀ ਮਹਾਰਾਜ ਜੀ ਨੇ ਬਖਸ਼ੀ, ਸਤਿਗੁਰਾਂ ਨੇ ਗਾਤਰਾ ਬਖਸ਼ਿਆ ਤੇ ਵਰਦਾਨ ਦਿੱਤਾ ਕਿ ਬਾਬਾ ਜੀ ਤੁਹਾਡੇ ਗ੍ਰਹਿ ਜਿਹੜਾ ਪੋਤਰਾ ਹੋਵੇਗਾ ਨਾ, ਉਹ ਖਾਲਸਾ ਹੋਵੇਗਾ, ਮਹਾਬਲੀ ਹੋਵੇਗਾ, ਮਹਾਰਾਜਿਆਂ ਨੂੰ ਤਿਲਕ ਕਰੇਗਾ, ਕਾਠ ਦੀਆਂ ਤੋਪਾਂ ਚਲਾਵੇਗਾ, ਅੰਮ੍ਰਿਤ ਦਾ ਭੰਡਾਰੀ ਹੋਵੇਗਾ, ਸੱਚ ਦਾ ਪੁਜਾਰੀ ਹੋਵੇਗਾ, ਉਹਦੇ ਨਾਂ ਤੇ ਦੁਨੀਆ ਝੁਕਿਆ ਕਰੇਗੀ। ਆਖੋ ਸਤਨਾਮ ਸ਼੍ਰੀ। ਇਹ ਬਚਨ ਮਹਾਰਾਜ ਜੀ ਨੇ ਦਿੱਤੇ। ਤੋ ਸਾਧ ਸੰਗਤ ਫਿਰ ਬਾਬਾ ਅਜੀਤ ਸਿੰਘ ਸਾਹਿਬ ਔਰ ਮਾਤਾ ਸਰੂਪ ਦੇਵਾਂ ਜੀ, ਉਹਨਾਂ ਦੇ ਘਰ ਡੇਰਾ ਬਾਬਾ ਨਾਨਕ ਦੀ ਧਰਤੀ ਤੇ ਬਾਬਾ ਸਾਹਿਬ ਸਿੰਘ ਜੀ ਇਸ ਜਗਤ ਦੇ ਵਿੱਚ ਅਵਤਰਨ ਹੋਏ। ਗੁਰੂ ਕੇ ਪਿਆਰਿਓ, ਤੇ ਬਾਬਾ ਜੀ ਦੀਆਂ ਬੇਅੰਤ ਵਡਿਆਈਆਂ ਆਪਾਂ ਸਰਵਣ ਕਰ ਰਹੇ ਸਾਂ ਗਿਆਨੀ ਗੋਪਾਲ ਸਿੰਘ ਜੀ ਹੁਣਾਂ ਤੋਂ। ਬਾਬਾ ਜੀਆਂ ਨੇ ਸਾਧ ਸੰਗਤ ਜਿੱਥੇ ਧਰਮ ਦੀ ਰੱਖਿਆ ਦੇ ਵਾਸਤੇ ਸ਼ਸਤਰਾਂ ਦਾ ਇਸਤੇਮਾਲ ਕੀਤਾ, ਉੱਥੇ ਸਾਧ ਸੰਗਤ ਨਾਮ ਬਾਣੀ ਦੇ ਜੋ ਪਹਿਰੇ ਸਨ, ਨਾਮ ਬਾਣੀ ਦੀਆਂ ਦਾਤਾਂ, ਉਹ ਜਗਤ ਦੇ ਵਿੱਚ ਇਤਨੀਆਂ ਬੇਅੰਤ ਬਖਸ਼ਿਸ਼ਾਂ ਵਰਤਾਈਆਂ। ਤੋ ਉਹਨਾਂ ਦੇ ਨਾਲ ਜਿੱਥੇ ਵੀ ਬਾਬਾ ਜੀਆਂ ਨੇ ਜਾਣਾ, ਉੱਥੇ ਗੁਰੂ ਕੇ ਪਿਆਰੇ ਨਾਲ ਉਹਨਾਂ ਨੇ ਕੀਰਤਨ ਕਰਨਾ, ਬਾਬਾ ਜੀਆਂ ਨੇ ਮੁੱਖ ਰਸਨਾ ਤੋਂ ਬਚਨ ਕਰਕੇ ਨਿਹਾਲ ਕਰਨਾ, ਗੁਰੂ ਕੀ ਬਾਣੀ ਦੇ ਪ੍ਰਵਾਹ ਚਰਣੇ। ਕਿਉਂਕਿ ਫਿਰ ਉੱਥੇ ਇਹ ਗੱਲ ਸੱਚ ਹੁੰਦੀ ਸੀ ਕਿ ਸੰਤ ਜਨਾ ਮਿਲ ਹਰ ਜਸ ਗਾਇਓ। ਆਖੋ ਸਤਨਾਮ ਸ਼੍ਰੀ। ਸੰਤ ਜਨਾ ਮਿਲ ਹਰ ਜਸ ਗਾਇਓ। ਉਹਦਾ ਹੁਣ ਮਨੁੱਖ ਦਾ ਸੁਭਾਅ ਹੈ, ਬੰਦਾ ਕਹਿੰਦਾ ਅਸੀਂ ਕੁਛ ਕੀਤਾ, ਇਹਦੇ ਬਦਲੇ ਮਿਲੂਗਾ ਕੀ ਮਿਲੂਗਾ ਜੀ ਇਹਦੇ ਬਦਲੇ। ਹਰੇਕ ਬੰਦੇ ਦਾ ਸੁਭਾਅ ਹੈ। ਬੱਚਾ ਵੀ ਜੇ ਕੋਈ ਕੰਮ ਕਰਦਾ ਕਹਿੰਦੇ ਇਹਦੇ ਬਦਲੇ ਮਿਲੂਗਾ ਕੀ ਪ੍ਰਾਪਤ ਹੋਵੇਗਾ। ਮਹਾਰਾਜ ਜੀ ਨੂੰ ਆਖਿਆ, ਮਹਾਰਾਜ ਸੰਤਾਂ ਦੀ, ਸਾਧੂਆਂ ਦੀ ਤੁਹਾਡੀ ਸੰਗਤ ਵਿੱਚ ਬੈਠ ਕਰਕੇ, ਰੱਬ ਦੇ ਪਿਆਰਿਆਂ ਦੀ ਸੰਗਤ 'ਚ ਬੈਠ ਕੇ ਜਸ ਗਾਇਆ ਤੇ ਕੀ ਮਿਲੂਗਾ। ਪਾਤਸ਼ਾਹ ਕਹਿੰਦੇ ਕੋਟ ਜਨਮ ਕੇ ਦੁੱਖ ਗਵਾਇਓ। ਇੱਕ ਨਹੀਂ, ਕਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਣਗੇ, ਕਰੋੜਾਂ ਜਨਮਾਂ ਦੇ। ਆਖੋ ਸਤਨਾਮ ਸ਼੍ਰੀ। ਕਰੋੜਾਂ ਜਨਮਾਂ ਦੇ ਦੁੱਖ ਉਹ ਦੂਰ ਹੋ ਜਾਣਗੇ। ਸਤ ਸੰਗਤ ਬਾਬਾ ਜੀਆਂ ਦੇ ਪਾਵਨ ਇਤਿਹਾਸ ਵਿੱਚ ਐਸੇ ਬੜੇ ਬਚਨ ਨੇ। ਜਦੋਂ ਉਹਨਾਂ ਨੇ ਕਿਤੇ ਕੋੜੀਆਂ ਦੇ ਕੋੜ ਦੂਰ ਕੀਤੇ, ਬਾਬਾ ਸਾਹਿਬ ਸਿੰਘ ਜੀਆਂ ਨੇ ਕੋੜੀਆਂ ਦੇ ਕੋੜ ਦੂਰ ਕੀਤੇ, ਦੁਖੀਆਂ ਦੇ ਦੁੱਖ ਦੂਰ ਕੀਤੇ, ਰੋਗੀਆਂ ਦੇ ਰੋਗ ਬਾਬਾ ਜੀਆਂ ਦੀ ਕਿਰਪਾ ਦੇ ਨਾਲ, ਨਾਮ ਦੇ ਪ੍ਰਤਾਪ ਦੇ ਨਾਲ ਦੂਰ ਹੋ ਗਏ। ਕੋਟ ਜਨਮ ਕੇ ਦੁੱਖ ਗਵਾਇਓ। ਗੁਰੂ ਕੇ ਪਿਆਰਿਓ, ਅਗਲਾ ਬਚਨ ਫਿਰ ਮਹਾਰਾਜ ਕਹਿੰਦੇ ਸੁਣ ਭਰਾਵਾ ਤੈਨੂੰ ਮਿਲੂਗਾ ਕੀ। ਕਿਉਂਕਿ ਮਹਾਰਾਜ ਆਪਣੇ ਸਿੱਖਾਂ ਨੂੰ ਭਾਈ ਵੀ ਕਹਿੰਦੇ ਨੇ। ਮਹਾਰਾਜ ਕਹਿੰਦੇ ਨੇ ਭਾਈ ਰੇ ਹਰ ਜਪ
ਕੇ ਪ੍ਰਮਾਤਮਾ ਦੇ ਨਾਮ ਨੂੰ ਜਪ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਸੰਗਤ ਨੂੰ, ਆਪਣੇ ਸਿੱਖਾਂ ਨੂੰ ਭਾਈ ਵੀ ਕਹਿੰਦੇ ਨੇ। ਮਹਾਰਾਜ ਕਹਿੰਦੇ ਗੁਰਮੁਖਾ ਸੁਣ, ਕੀ ਕੀ ਮਿਲੂਗਾ? ਕਹਿੰਦੇ ਇੱਕ ਤਾਂ ਤੇਰੇ ਕਰੋੜਾਂ ਜਨਮਾਂ ਦੇ ਦੁੱਖ ਨਾਸ਼ ਹੋ ਜਾਣਗੇ। ਮਹਾਰਾਜ ਹੋਰ ਵੀ ਕੁਝ ਮਿਲੂ? ਪਾਤਸ਼ਾਹ ਕਹਿੰਦੇ ਜੋ ਚਾਹੇਗਾ ਉਹ ਵੀ ਤੈਨੂੰ ਮਿਲੇਗਾ। ਆਖੋ ਸਤਨਾਮ ਸ੍ਰੀ। ਬਚਨ ਅਗਲਾ ਕੀਤਾ, ਜੋ ਚਾਹਤ ਸੋਈ ਮਨ ਪਾਇਓ। ਜੋ ਮਨ ਦੇ ਵਿੱਚ ਚਾਹੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਉਹ ਬਖਸ਼ਿਸ਼ ਕਰਨਗੇ। ਦਿੱਲੀੋਂ ਇੱਕ ਦੀਵਾਨ ਚੱਲਿਆ, ਆਨੰਦਪੁਰ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅਸਥਾਨ ਦੇ ਦਰਸ਼ਨ ਕੀਤੇ। ਮਨ ਦੇ ਵਿੱਚ ਭਾਵਨਾ ਆਈ ਕਿ ਕਿਸੇ ਪੂਰਨ ਪੁਰਖ ਦਾ ਦਰਸ਼ਨ ਕਰਾਂ, ਤੇ ਸੰਗਤਾਂ ਨੂੰ ਪੁੱਛਿਆ ਵੀ ਕੋਈ ਸਾਧੂ ਜਨ ਜਿਨ੍ਹਾਂ ਦਾ ਮੈਂ ਦਰਸ਼ਨ ਕਰਕੇ ਨਿਹਾਲ ਹੋਵਾਂ। ਸਾਰੀ ਸੰਗਤ ਨੇ ਇੱਕੋ ਆਵਾਜ਼ ਦੇ ਵਿੱਚ ਆਖਿਆ, ਜੇ ਦਰਸ਼ਨ ਚਾਹੁੰਦਾ ਹੈ ਤੇ ਫਿਰ ਊਨਾ ਸਾਹਿਬ ਚਲਿਆ ਜਾ, ਬਾਬਾ ਸਾਹਿਬ ਸਿੰਘ ਦੇ ਦਰਸ਼ਨ ਕਰੀ। ਸਤ ਸੰਗਤ ਊਨਾ ਸਾਹਿਬ ਆਇਆ। ਹੁਣ ਮਨ 'ਚ ਇੱਕ ਖਿਆਲ ਕਰਦਾ ਆਉਂਦਾ। ਖਿਆਲ ਕੀ ਕੀਤਾ? ਕਹਿੰਦਾ ਕਿ ਜਦੋਂ ਮੈਂ ਬਾਬਾ ਜੀਆਂ ਦੇ ਦਰ ਤੇ ਜਾਵਾਂ ਨਾ, ਤੇ ਮੈਨੂੰ ਕਿਤੇ ਬਾਬਾ ਜੀ ਆਪਣੇ ਹੱਥੀਂ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਦੇਣ, ਆਪਣੇ ਹੱਥੀਂ। ਹੁਣ ਉਹ ਸੋਚਿਆ ਸਿਰਫ ਉਹਨੇ ਸੀ, ਹੋਰ ਤੇ ਕਿਸੇ ਨੂੰ ਪਤਾ ਨਹੀਂ ਸੀ ਵੀ ਉਹਦੇ ਮਨ ਦੀ ਭਾਵਨਾ ਇਹ ਹੈ। ਸਤ ਸੰਗਤ ਉਹਦੇ ਮਨ 'ਚ ਇਹ ਆ ਗਿਆ ਖਿਆਲ ਕਿ ਮੈਨੂੰ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਬਾਬਾ ਜੀ ਆਪਣੇ ਹੱਥੀਂ ਦੇਣ। ਸਤ ਸੰਗਤ ਉਧਰੋਂ ਤੋਂ ਦੀਵਾਨ ਆ ਰਿਹਾ, ਇਧਰੋਂ ਬਾਬਾ ਜੀਆਂ ਨੇ ਸਿੰਘਾਂ ਨੂੰ ਕਿਹਾ, ਕੋਈ ਦਰਬਾਰ ਦਾ ਸਮਾਂ ਨਹੀਂ ਸੀ ਕਿਉਂਕਿ ਦਰਬਾਰ ਸੁਬਾਹ ਸ਼ਾਮ ਸੱਜਦਾ ਸੀ। ਉਸ ਸਮੇਂ ਬਾਬਾ ਜੀ ਨੇ ਆਖਿਆ ਵੀ ਦਰਬਾਰ ਦੀ ਤਿਆਰੀ ਕਰੋ, ਔਰ ਸਤ ਸੰਗਤ ਕੜਾਹ ਪ੍ਰਸ਼ਾਦ ਦੀ ਦੇਗ ਬਣਾਈ। ਹੁਣ ਜਦੋਂ ਉਹ ਦੀਵਾਨ ਆਇਆ, ਸਤ ਸੰਗਤ ਉਹਨੇ ਨਮਸਕਾਰ ਕੀਤੀ। ਬਾਬਾ ਜੀਆਂ ਨੇ ਸਤ ਸੰਗਤ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਆਪਣੇ ਹੱਥੀਂ ਗਰਮ ਗਰਮ ਕੜਾਹ ਪ੍ਰਸ਼ਾਦ ਦੀ ਦੇਗ ਜਦੋਂ ਉਹਦੇ ਹੱਥਾਂ ਤੇ ਰੱਖੀ ਨਾ, ਉਹਦੇ ਮੂੰਹ 'ਚੋਂ ਫਿਰ ਇੱਕੋ ਹੀ ਗੱਲ ਨਿਕਲੀ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਤ ਸੰਗਤ ਫਿਰ ਐਸਾ ਉਹਦਾ ਮਨ ਪਸੀਜਿਆ। ਸਤ ਸੰਗਤ ਗੁਰੂ ਨਾਨਕ ਦੇ ਘਰ ਜਦੋਂ ਵੇਖਿਆ ਵੀ ਜੋ ਮੈਂ ਮਨ 'ਚ ਚਾਹਿਆ ਸੀ, ਕਿਉਂਕਿ ਗੱਲ ਭਾਵੇਂ ਆਪਾਂ ਨੂੰ ਵੇਖਣ ਨੂੰ ਛੋਟੀ ਜੀ ਲੱਗੇ, ਪਰ ਕਿਸੇ ਦੇ ਮਨ ਦੀ ਬੁੱਝਣੀ ਇਹ ਸਾਧੂਆਂ ਦਾ ਕੰਮ ਹੈ। ਆਖੋ ਸਤਨਾਮ ਸ਼੍ਰੀ। ਤੇ ਸਤ ਸੰਗਤ ਫਿਰ ਹੋਇਆ ਕਿ ਕਿੱਥੇ ਤੇ ਉਹ ਲੋਕਾਂ ਦੇ ਕੋਲੋਂ ਮਾਮਲਾ ਅਗਰਾਉਂਦਾ ਫਿਰਦਾ ਸੀ, ਕਿੱਥੇ ਫਿਰ ਬਾਬਾ ਸਾਹਿਬ ਸਿੰਘ ਜੀਆਂ ਦੇ ਦਰ ਤੇ 70 ਘੁਮਾਓ ਜ਼ਮੀਨ ਦਾ ਪਟਾ ਲਿਖ ਕੇ ਧਰ ਗਿਆ ਕਿ ਬਾਬਾ ਜੀ ਆਹ 70 ਘੁਮਾ ਜ਼ਮੀਨ ਇਹ ਮੈਂ ਗੁਰੂ ਘਰ ਦੀ ਸੇਵਾ ਦੇ ਵਿੱਚ ਭੇਟਾ ਕਰਨ ਲੱਗਿਆ। ਆਖੋ ਸਤਨਾਮ ਸ਼੍ਰੀ। ਜੋ ਚਾਹਤ ਸੋਈ ਮਨ ਪਾਇਓ। ਜੋ ਜੀਵ ਚਾਹੁੰਦਾ ਉਹ ਮਿਲਦਾ। ਗਿਆਨੀ ਗੋਪਾਲ ਸਿੰਘ ਹੁਣੀ ਦੱਸ ਕੇ ਗਏ ਨੇ ਨਾ ਕਿ ਇੱਕ ਪੁੱਤ ਮੰਗਦਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਦਰ ਤੋਂ 3 ਮਿਲ ਗਏ। ਪਰ ਸ਼ੁਕਰਾਨਾ ਤੇ ਮਾਲਕ ਦਾ ਕਰਨਾ ਚਾਹੀਦਾ ਹੈ। ਜੋ ਚਾਹਤ ਸੋਈ ਮਨ ਪਾਇਓ। ਤੇ ਸਤਿਗੁਰੂ ਫਿਰ ਅੱਗੋਂ ਕੀ ਬਖਸ਼ਿਸ਼ ਕਰਦੇ? ਮਹਾਰਾਜ ਕਹਿੰਦੇ ਕਰ ਕਿਰਪਾ ਹਰ ਨਾਮ ਦਿਵਾਇਓ। ਬਖਸ਼ਿਸ਼ ਜਿੱਦਣ ਹੋਣੀ ਹੈ ਪ੍ਰਮਾਤਮਾ ਦੇ ਨਾਮ ਦੇ ਨਾਲ ਹੋਣੀ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਹੋਣੀ ਹੈ ਬਖਸ਼ਿਸ਼, ਉਸ ਤਰ੍ਹਾਂ ਨਹੀਂ ਹੋਣੀ। ਪ੍ਰਮਾਤਮਾ ਵਾਹਿਗੁਰੂ ਜੀ ਦਾ ਨਾਮ ਇਹ ਸਾਰੀਆਂ ਦਾਤਾਂ ਦਾ ਖਜ਼ਾਨਾ ਹੈ। ਆਪਾਂ ਸੁਖਮਨੀ ਸਾਹਿਬ ਚ ਪਾਤਸ਼ਾਹ ਦੇ ਬਚਨ ਪੜ੍ਹਦੇ ਹਾਂ। ਦਾਤਾ ਜੀ ਕਹਿੰਦੇ ਸਿਮਰਾਓ ਸਿਮਰ ਸਿਮਰ ਸੁਖ ਪਾਵੋ। ਫਿਰ ਅੱਗੋਂ ਮਹਾਰਾਜ ਕੀ ਕਹਿੰਦੇ? ਕਹਿੰਦੇ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਜਪ ਤਪ ਪੂਜਾ। ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਕਰ ਕਿਰਪਾ ਹਰ ਨਾਮ ਦਿਵਾਇਓ। ਅਕਾਲ ਪੁਰਖ ਵਾਹਿਗੁਰੂ ਦੇ ਦਰ ਤੋਂ ਨਾਮ ਦੀਆਂ ਦਾਤਾਂ ਇਹ ਪ੍ਰਾਪਤ ਹੁੰਦੀਆਂ ਨੇ। ਸਤ ਸੰਗਤ ਵੇਖੋ, ਜਿਨ੍ਹਾਂ ਨੂੰ ਨਾਮ ਦੀ ਦਾਤ ਮਿਲੀ ਦੁਨੀਆ ਅੱਜ ਤੱਕ ਜਸ ਗਾਉਂਦੀ ਹੈ। ਭਾਈ ਲਾਲੋ ਜੀ ਦੇ ਘਰ ਗਰੀਬ ਨਵਾਜ ਗਏ, ਸੱਚੀ ਸੁੱਚੀ ਕਿਰਤ ਕਰਨ ਵਾਲਾ ਗੁਰੂ ਕਾ ਪਿਆਰਾ ਗੁਰਸਿੱਖ ਗਰੀਬ ਨਵਾਜ ਜੀਆਂ ਨੇ ਸਤ ਸੰਗਤ ਐਸੀ ਬਖਸ਼ਿਸ਼ ਕੀਤੀ ਕਿ ਇਤਿਹਾਸ ਦੇ ਵਿੱਚ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਕਿਤੇ ਵੀ ਲਿਖਿਆ ਜਾਂਦਾ ਹੈ, ਪੜ੍ਹਿਆ ਜਾਂਦਾ ਹੈ, ਸੁਣਾਇਆ ਜਾਂਦਾ ਹੈ, ਭਾਈ ਲਾਲੋ ਜੀ ਦਾ ਨਾਮ ਉਹਦੇ ਵਿੱਚ ਅੰਕਿਤ ਕੀਤਾ ਹੋਇਆ। ਆਖੋ ਸਤਨਾਮ ਸ਼੍ਰੀ। ਫਿਰ ਕਿੱਡੀ ਬਖਸ਼ਿਸ਼ ਕੀਤੀ? 7 ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਹੈ, 7 ਵਾਰੀ। ਤੋ ਸਤ ਸੰਗਤ ਇਹ ਬਖਸ਼ਿਸ਼ ਕੀਤਾ, ਕਰ ਕਿਰਪਾ ਹਰ ਨਾਮ ਦਿਵਾਇਓ। ਨਾਮ ਦੀ ਬਖਸ਼ਿਸ਼। ਫਿਰ ਅੱਗੋਂ ਪਾਤਸ਼ਾਹ ਕਹਿੰਦੇ ਸਰਬ ਸੁਖ। ਹੁਣ ਤੇ ਗੱਲ ਹੀ ਮੁੱਕ ਗਈ ਨਾ ਕਿ ਹਰ ਜਸ ਗਾ ਕੇ ਮਿਲਦਾ ਕੀ ਹੈ। ਸੰਤ ਜਨਾਂ ਮਿਲ ਹਰ ਜਸ ਗਾਇਓ। ਹਰ ਜਸ ਗਾ ਕੇ ਮਿਲਦਾ ਕੀ ਹੈ? ਪਾਤਸ਼ਾਹ ਕਹਿੰਦੇ ਸਰਬ ਸੁਖ। ਇੱਕ ਨਹੀਂ, ਦੋ ਨਹੀਂ, ਸਾਰੇ ਸੁਖ, ਗਿਣਤੀ ਕੋਈ ਨਹੀਂ। ਸਰਬ ਸੁਖ ਹਰ ਨਾਮ ਵਡਾਈ। ਵਡਿਆਈਆਂ ਪਿੱਛੇ ਬੰਦਾ ਬਹੁਤਾ ਦੌੜਦਾ ਹੈ ਕਿ ਮੇਰੀ ਵਡਿਆਈ ਹੋਵੇ, ਮੇਰੀ ਉਪਮਾ ਹੋਵੇ, ਮੇਰੀ ਸ਼ੋਭਾ ਹੋਵੇ।
गुरु अर्जन साहब महाराज कहते चार पदार्थ जे को मांगे साध जना की सेवा लागे, जे को अपना दुख मिटावे हर हर नाम हृदय सद गावे। हुण वड्याई चाहुंदा, जे को अपनी शोभा लोरै साध संग ए होमै छोरै, जे को जन्म मरण ते डरै साध जना की शरणी परै, जिस जन को प्रभ दर्श प्यासा नानक ताकै बल बल जासा। सर्व सुख हर नाम वडाई गुर प्रसाद नानक मत पाई। गुरां ने कृपा करके श्रेष्ठ मत जिहड़ी है ये बख्शिश कीती। कई इलाकों च रिवाज ना बच्चे गुरु घर प्रसाद लैन आउंदे ने ते उन्हें कोई ना कोई बर्तन लै आउंदे, कोई कौली कोई कटोरी लै आउंदे ने। मतलब कि भी असीं गुरु घर जावांगे मत्था टेकिया ते गुरु घरों सानू प्रसाद मिलना ते अपने भांडे च पवा लेना है। सिखा तू भी गुरु के घर आउना है, तू भी आके गुरु के चरणों च नमस्कार करदा है। एक भांडा तू भी लैके आउना है। वो भांडा किहड़ा है? वो भांडा तेरी अकल दा, तेरी मत दा, तेरी बुद्ध दा। अपनी अकल दे भांडे दे विच जान लग्या प्रसाद लै जाया कर। वो किहड़ा प्रसाद है? वो है अकाल पुरख वाहिगुरु जी नाम दा प्रसाद, जिहड़ा गुरु की संगत चों आपां नूं मिलदा है। आखो सतनाम श्री। गुरु की मत लै जाया कर, गुरु की मत। अरदास होनी है, कहना महाराज कि सुमत बख्शी सिखां दा मन नीवा मत उच्ची। उच्ची मत जो है ओदी बख्शिश करी। सिखी दान, केस दान, रहत दान, विवेक दान, विसाह दान, भरोसा दान, ये अपने दिमाग दे भांडे च पा के लै जावी। आखो सतनाम श्री। तो महाराज जी कहते सर्व सुख हर नाम वडाई गुर प्रसाद नानक मत पाई। सच संगत गुरु की कृपा नाल सिख नूं मत मिलती है, अकल मिलती है, सोझी मिलती है, बख्शिश मिलती है। तो सच संगत वेखो महाराज सच्चे पातशाह जी के घर दियां वडियाइयां सारी संगत आप महाराज जियां दे पावन चरणों के विखे बैठे हो। एक बार सारी संगत नाम की दात महाराज जी तो मंगीए, क्योंकि नाम की दात जिहड़ी है ये सतगुरु जी जगा के कृपा करके साडे ते बख्शिश करते हैं। तो एक पंक्ति आपां पढ़ीए जी बड़े प्यार दे नाल, उपरंत समाप्ति है। सारी संगत करो कृपा जी। गुण गावां दिन रात नानक चाओ एहो, गुण गावां दिन रात नानक चाओ एहो। विसर नहीं दातार अपना नाम देहो, विसर नहीं दातार अपना नाम देहो। गुण गावां दिन रात नानक चाओ एहो, गुण गावां दिन रात नानक चाओ एहो। सो इतनियां क बेनतियां आप जी ने प्रवान करनिया। गरीब नवाज सतगुरु जी धन गुरु नानक सच्चे पातशाह महाराज जियां दी अंश बंश बाबा साहिब सिंह जियां दे पावन जन्म उत्सव के जो समागम ने, आप जियां नूं बेनती है कि 26, 27, 28 मार्च नूं आप जी ने किला बेदी साहिब विखे पहुँच के उन्हां सारे समागमां दीयां हाज़रियां भर के गुरु साहिब जी दियां आप जियां ने खुशियां प्राप्त करनियां जी। तो गुरु के प्यारिओ महाराज सच्चे पातशाह जी दी बख्शिश प्राप्त करनी, सच्चे पातशाह महाराज जियां दियां खुशियां महाराज जियां दे पावन पवित्र चरणों विखे प्राप्त करने का आप सारियां संगतां ने उद्यम उपराला करना जी। सो हुण आप जियां नूं महाराज जियां दी अंश बंश बाबा जी पावन बचनां द्वारा निहाल करनगे। तो गुरु की संगत आप सारियां संगतां दा गरीब नवाज सतगुरु जी का कोटान कोट धन्नवाद। बाबा जियां दा आप सारियां संगतां दा धन्नवाद जी। भाई साहब जी, भाई परमजीत सिंह जी, होर जितनियां गुरु की संगतां ने सारियां दा धन्नवाद जी। प्रेम सत्कार सत फतेह बुलाओ। वाहिगुरु जी का खालसा, वाहिगुरु जी की फतेह।